अस्सलाम वालेकुम। ਵਾਲੇਕੁਮ ਸਲਾਮ। ਤੁਸੀਂ ਇਹਨਾਂ ਦੇ ਕੀ ਲੱਗਦੇ ਆ ਇਸ ਘਰ ਵਾਲਿਆਂ ਦੇ? ਇਹ ਮੇਰੇ ਹਮਸਾਏ ਆ ਜੀ। ਤੁਹਾਡੇ ਹਮਸਾਏ ਆ? ਹਾਂਜੀ। ਤੁਹਾਡਾ ਘਰ ਕਿੱਥੇ ਆ? ਮੇਰਾ ਦੋਸਤ ਹੈ, ਮੇਰੇ ਕੋਲ ਆਉਂਦਾ ਜਾਂਦਾ ਵਾ ਤੇ ਅੱਛਾ ਮੇਰਾ ਘਰ ਹੈਗਾ ਉਹ ਲਹਿੰਦੀ ਸਾਈਡ ਤੇ ਪਿੰਡ ਦੇ ਅੱਛਾ। ਜੀ। ਇਹਦੇ ਕੀ ਹਾਲਾਤ ਆ? ਇਹਦੇ ਹਾਲਾਤ ਜੀ ਬਹੁਤ ਸਾਰੇ ਦੇ ਕਮਜ਼ੋਰ ਹੋਏ ਆ, ਲੱਤ ਦੀ ਟੁੱਟੀ ਆ। ਅੱਛਾ 2 ਸਾਲ ਤੋਂ ਯਾਨੀ ਕਿ ਬਿਲਕੁਲ ਹੀ ਬਹਿ ਗਿਆ। ਅੱਗੇ ਮਾੜਾ ਚੰਗਾ ਬਾਹਰ ਫਿਰਦਾ ਸੀਗਾ ਤੇ ਹੁਣ ਮੰਜੀ ਤੇ ਹੀ ਆ। ਘਰੇ ਹੀ ਆ ਇਸ ਟਾਈਮ? ਹਾਂਜੀ ਘਰੇ ਹੀ ਆ ਜੀ। ਚਲਿਏ ਆਪਾਂ ਅੰਦਰ। ਹਾਂਜੀ ਆ ਗਏ। ਚਲੋ ਤਾਂ ਅੰਦਰ ਔਰਤਾਂ ਨਾ ਹੋਣ। ਤੁਸੀਂ ਘਰ ਦੇ ਜੀ ਆ ਸਾਰੇ? ਇਹ ਕਜ਼ਨ ਨਹੀਂ ਉਹ ਬਾਹਰ ਹੈ ਜੋ ਘਰ ਦਾ ਜੀ ਇਹ ਮੈਂ ਭਾਈ ਇਹ ਭਾਈ ਆ ਉਹਦਾ, ਇਹ ਕਜ਼ਨ ਆ। ਅੱਛਾ ਹਾਂਜੀ। अस्सलाम वालेकुम। बिस्मिल्लाहिर्रहमानिर्रहीम जी। ਅਸੀਂ ਆਏ ਆ ਵੀਰੇ ਦੇ ਕੋਲ। ਇਹ ਭਰਾ ਸਾਡਾ ਜਿਹੜਾ ਆ ਇੱਕ ਇਹ ਤੇ ਇੱਕ ਦੂਸਰੇ ਨੰਬਰ ਵਾਲਾ ਜਿਹੜਾ ਇਹ ਸਾਨੂੰ ਦੱਸਣ ਗਿਆ ਸੀ ਦਫ਼ਤਰ ਵਾਲੀ ਜਗ੍ਹਾ ਤੇ ਹੁਣ ਮੌਕੇ ਤੇ ਆਏ ਆ। ਮੈਂ ਐਕਸਰੇ ਵੀ ਮੇਰੇ ਸਾਹਮਣੇ ਪਏ ਆ, ਇਹ ਵੀ ਮੈਂ ਬਾਰ-ਬਾਰ ਦੇਖ ਰਿਹਾ ਆ। ਤੇ ਬਾਕੀ ਵੀਰੇ ਮੇਰੇ ਦਾ ਨਾਮ ਕੀ ਹੈ ਜੀ? ਹਾਫਿਜ਼ ਸੁਹੇਲ। ਹਾਫਿਜ਼ ਸੁਹੇਲ ਸਾਹਿਬ। ਹਾਫਿਜ਼ ਜੀ ਕੀ ਮਸਲਾ ਬਣਿਆ ਸੀ ਤੁਹਾਨੂੰ ਜਿਹੜਾ ਇਹ ਹਾਦਸਾ ਹੋਇਆ? ਇਹ ਐਕਸੀਡੈਂਟ ਹੋਇਆ। ਐਕਸੀਡੈਂਟ ਹੋਇਆ? ਹਾਂਜੀ ਕਿੰਨੀ ਦੇਰ ਹੋ ਗਈ ਐਕਸੀਡੈਂਟ ਨੂੰ? ਤਕਰੀਬਨ 2 ਸਾਲ ਹੋ ਗਏ। 2 ਸਾਲ ਹੋ ਗਏ। ਕਿੱਥੇ ਐਕਸੀਡੈਂਟ ਹੋਇਆ ਸੀ ਇਹ? ਇਹ ਕਾਲ ਵਾਲੇ ਰੋਡ ਤੇ ਕਿੱਦਾਂ ਹੋਇਆ ਐਕਸੀਡੈਂਟ? ਮਤਲਬ ਕਿ ਵਜ੍ਹਾ ਜਾ ਕੀ? ਰਹੇ ਸੀ, ਫੈਮਿਲੀ ਦੇ ਨਾਲ ਜਾ ਰਿਹਾ ਸੀ ਮੈਂ ਬੱਚਿਆਂ ਦੇ ਨਾਲ। ਅਗਲੀ ਅੱਛਾ। ਸਾਈਡ ਤੋਂ ਬੰਦਾ ਰੋਡ ਪਾਰ ਕਰਨ ਲੱਗਾ, ਉਹਦੀ ਲਾਈਟ ਵੀ ਹੈ ਨਹੀਂ ਸੀ ਇੱਕ ਤੇ ਇੱਕ ਉਹਨੇ ਦੇਖਿਆ ਨਹੀਂ, ਆਸਰਾ ਨਹੀਂ ਕੀਤਾ, ਉਹਨੇ ਸਪੀਡ ਦੇ ਨਾਲ ਮੋੜਿਆ, ਵਿੱਚ ਆ ਕੇ ਵੱਜ ਗਿਆ। ਅੱਛਾ। ਹਾਂ ਜਦੋਂ ਮੈਂ ਗਿਆ ਯਾਨੀ ਇੱਕ ਉਹਦੀ ਲਾਈਟ ਨਹੀਂ ਸੀ, ਹਾਂਜੀ ਦੂਸਰਾ ਉਹਨੇ ਕੀ ਕੀਤਾ? ਉਹਨੇ ਉੱਤੋਂ ਅੱਗੋਂ ਤੁਹਾਡੇ ਮੋੜ ਦਿੱਤਾ? ਹਾਂਜੀ ਅਗਲੀ ਸਾਈਡ ਤੋਂ ਇੱਦਾਂ ਜਾ ਰਹੇ ਆ, ਅਗਲੀ ਸਾਈਡ ਤੋਂ ਉਹਨੇ ਮੋੜਿਆ ਆਪਣੀ, ਯਾਨੀ ਕਿ ਦੂਸਰੀ ਸਾਈਡ ਤੇ ਉਹਨੇ ਜਾਣਾ ਸੀ ਤੇ ਮੋੜ ਕੇ ਸਾਡੇ ਦੇ ਵਿੱਚ ਵੱਜ ਗਿਆ। ਹੂੰ। ਜਦੋਂ ਵੱਜਾ ਵਿੱਚ ਤੇ ਬੱਚੇ, ਇੱਕ ਮੇਰੇ ਬੇਟੀ ਥੱਲੇ ਆ ਗਈ, ਇਹ ਹੀ ਮੇਰੀ ਬੇਟੀ ਆ ਹੂੰ। ਤੇ ਬੇਟਾ ਮੇਰਾ ਉਹਦੇ ਥੋੜੇ ਜਿਹੇ ਮੂੰਹ ਤੇ ਸੱਟ ਲੱਗ ਗਈ। ਤੇ ਮੈਂ ਜਦੋਂ ਇਹਨਾਂ ਦੀ ਆਵਾਜ਼ ਸੁਣੀ ਹੈ, ਮੈਂ ਉਹਨਾਂ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਜਾਣ ਦੀ। ਲੱਤ ਮੇਰੀ ਘੁੰਮ ਗਈ, ਯਾਨੀ ਕਿ ਟੁੱਟ ਕੇ ਘੁੰਮ ਗਈ ਸੀ ਪੱਟ ਦੀ ਹੱਡੀ। ਹੂੰ। ਡਿਊਟੀ ਤੇ ਮੈਂ ਜਾਣਾ ਸੀਗਾ ਤੇ ਲੇਕਿਨ ਉਹ ਟੁੱਟ ਗਈ ਹੱਡੀ ਤੇ ਲੱਤ ਮੇਰੀ ਹਿੱਲਦੀ ਨਹੀਂ, ਹਰਕਤ ਹੀ ਨਹੀਂ ਕੀਤੀ ਅੱਛਾ। ਮੌਕੇ ਤੇ ਤੇ। ਜਦੋਂ ਤੁਹਾਡੇ ਨਾਲ ਇਹ ਹਾਦਸਾ ਹੋਇਆ ਜਿਹੜਾ ਵੱਜਾ ਸੀ ਵਿੱਚ, ਜੀ ਉਹ ਬੰਦਾ ਕੌਣ ਸੀ? ਉਹ ਬੰਦੇ ਦੀ ਨਹੀਂ ਸਾਨੂੰ ਪਤਾ ਲੱਗਾ। ਉਹ ਬਾਅਦ ਚੋਂ ਕੋਸ਼ਿਸ਼ ਵੀ ਨਹੀਂ ਕੀਤੀ। ਕਹਿੰਦੇ ਸੀ ਉਹਦੀ ਪਹਿਲੇ ਵੀ ਲੱਤ ਟੁੱਟੀ ਆ, ਉਸੇ ਸੀਓ ਵਾਲ ਦਾ ਹੀ ਸੀ ਬੰਦਾ। ਉਹਦੀ ਟੁੱਟੀ ਸੀ ਪਹਿਲੇ? ਕਹਿੰਦੇ ਸੁਣਿਆ ਵੀ ਉਹਦੀ ਪਹਿਲੇ ਟੁੱਟੀ ਸੀ, ਉਹਦੀ ਹਿੱਲ ਹੁੱਲ ਗਈ ਹੈ, ਯਾਨੀ ਕਿ ਪਿੰਡ ਵਾਲਿਆਂ ਨੇ ਕੋਈ ਗੱਲ ਇਦਾਂ ਦੱਸੀ। ਨਹੀਂ ਉਹਦੀ ਟੁੱਟੀ, ਉਹ ਲੋਕਾਂ ਦੀਆਂ ਲੱਤਾਂ ਤੋੜਦਾ ਫਿਰਦਾ ਸੀ? ਬਸ ਜੀ ਇਹ ਕਿਸਮਤ ਦੀ ਗੱਲ ਆ। ਉਹ ਵਿੱਚ ਜਦੋਂ ਵੱਜਿਆ ਵਾ, ਮੈਨੂੰ ਤੇ ਆਪਣਾ ਹੀ ਹੋਸ਼ ਨਹੀਂ ਰਿਹਾ ਹੈਗਾ। ਫਿਰ ਜਦੋਂ ਲਾਗੇ ਬੰਦੇ ਇਕੱਠੇ ਹੋਏ, ਉਹਨਾਂ ਨੇ ਮੈਨੂੰ ਗੱਡੀ 'ਚ ਪਾ ਕੇ ਮੈਨੂੰ ਲੈ ਗਏ ਆ ਹਸਪਤਾਲ। ਉਹ ਉਸ ਦਾ ਬਾਅਦ ਪੁੱਛਿਆ ਹੀ ਨਹੀਂ ਅਸੀਂ ਵੀ ਉਹ। ਇਹ 2024 ਦੀ ਗੱਲ ਆ, ਹੁਣ ਤਾਂ 2026 ਆ ਨਾ? ਹਾਂਜੀ ਤਕਰੀਬਨ 2024 ਦੀ ਗੱਲ ਆ। ਅੱਛਾ। 2024 ਤੋਂ ਲੱਗ ਕੇ ਹੁਣ ਤੱਕ 2 ਸਾਲ ਹੋ ਗਏ। ਤੁਸੀਂ ਆਪਰੇਸ਼ਨ ਕਰਾਇਆ ਇਹਦਾ? ਹਾਂਜੀ ਇਹ 2 ਆਪਰੇਸ਼ਨ ਹੋ ਗਏ ਮੇਰੀ ਲੱਤ। ਫਿਰ ਹੁਣ ਕੀ ਅਗਲਾ ਰਿਜ਼ਲਟ ਕੀ ਹੈ? ਰਿਜ਼ਲਟ ਇਹ ਕਿ ਇੱਕ ਤੇ ਹੱਡੀ ਨਹੀਂ ਜੁੜੀ। ਮੈਂ ਦੇਖ ਰਿਹਾ ਗੈਪ ਆ ਹਜੇ ਤੱਕ। ਹਾਂਜੀ ਬਹੁਤ ਗੈਪ ਆ ਉਹਦੇ ਵਿੱਚ। ਦੂਸਰਾ ਇਹ ਕਿ ਗੋਡੇ ਤੇ ਵਜ਼ਨ ਨਹੀਂ ਆਉਂਦਾ। ਅੱਛਾ। ਸ਼ਾਇਦ ਹੱਡੀ ਦੀ ਵਜ੍ਹਾ ਤੋਂ ਨਹੀਂ ਆਉਂਦਾ, ਜਾਂ ਕਿਸੇ ਬੰਦੇ ਨੇ ਦੱਸਿਆ ਕਿ ਇਹਦਾ ਪੱਠਾ ਟੁੱਟ ਗਿਆ। ਉਹ ਕਿਹਨੇ ਦੱਸਿਆ ਪੱਠਾ ਟੁੱਟਣ ਦਾ? ਇੱਥੇ ਬਾਜੀਗਰ ਕੋ ਗਏ ਆ ਬੇਰੀਆਂ ਵਾਲੇ, ਉਹਨੇ ਚੈੱਕ ਕੀਤਾ, ਉਹਨੇ ਕਿਹਾ ਫਿਰ ਜਾਂਦਾ ਵਾ। ਮੈਂ ਜਦੋਂ ਤਾਂ ਨੂੰ ਚੁੱਕਦਾ ਨਾ ਆਪੇ ਡਿੱਗ ਜਾਂਦੀ ਆ। ਉਹਨੇ ਜਿਹੜੀ ਉਹਨੇ ਗੱਲ ਦੱਸੀ ਨਾ ਮੈਨੂੰ, ਜਿਹੜੀ ਹੁੰਦੀ ਆ ਉਹਨੇ ਦੱਸ ਦਿੱਤੀ। ਮੈਂ ਤਾਂ ਯਕੀਨ ਆ ਕਿ ਵਾਕਈ ਉਹਦੀ ਗੱਲ 'ਚ ਸੱਚਾਈ ਹੈਗੀ ਆ ਅੱਛਾ। ਪੱਠਾ ਟੁੱਟਣ ਦੀ। ਕਿਉਂਕਿ ਲੱਤ ਜਿਹੜੀ ਨਾ ਫਿਰ ਜਾਂਦੀ ਆ, ਵਜ਼ਨ ਆਉਣ ਨਾ ਲੱਗੇ ਨਾ ਫਿਰ ਜਾਂਦੀ। ਵਾਸ਼ਰੂਮ 'ਚ ਬੈਠ ਨਹੀਂ ਹੁੰਦਾ, ਦਰਦ ਬਹੁਤ ਜ਼ਿਆਦਾ ਹੁੰਦੀ ਆ। ਉਹ ਯਾਨੀ ਕਿ ਬੋਰਡ ਵਗੈਰਾ ਤੇ ਬਹਿ ਜਾਣਾ ਇਸ ਕੁਰਸੀ ਤੇ ਫਿਰ ਜਿਹੜਾ ਠੀਕ ਹੋ ਜਾਂਦਾ ਨਾ। ਹੂੰ। ਮਤਲਬ ਉਹ ਬਾਜ਼ੀਗਰ ਨੇ ਕਿਹਾ ਪੱਠਾ ਟੁੱਟਾ, ਤੁਸੀਂ ਮੰਨ ਲਈ? ਇਹਦੀ MRI ਹੋਣੀ ਤੁਹਾਨੂੰ ਪਤਾ? ਹਾਂਜੀ ਇਹਦੀ MRI ਹੋਣੀ, ਡਾਕਟਰ ਨੇ ਦੱਸਿਆ ਸੀਗਾ, ਲੇਕਿਨ ਇਹਦੇ ਵਿੱਚ ਰਾੜ ਆ, ਉਹਦੀ ਵਜ੍ਹਾ ਤੋਂ ਨਹੀਂ ਹੋਣੀ। ਹੂੰ। ਜਿੰਨੀ ਦੇਰ ਯਾਨੀ ਕਿ ਰਾੜ ਆ ਨਾ, ਉਹ ਕਹਿੰਦੇ MRI ਨਹੀਂ ਹੋਣੀ। ਉਹ ਕਮਰੇ ਤੱਕ ਉਹ ਨਹੀਂ ਜਾਣ ਦਿੰਦੇ ਰਾੜ ਵਿੱਚ ਹੋਵੇ ਤੇ। ਉਹ ਰਾੜ ਹੱਡੀ ਜੁੜੇਗੀ ਤੇ ਫਿਰ ਨਿਕਲਣਾ। ਉਹਦੇ ਕਹਿੰਦੇ ਅਸੀਂ ਪਹਿਲੇ ਰਿਪਲੇਸਮੈਂਟ ਕਰਨੀ ਆ, ਰਾੜ ਕੱਢਣਾ, ਕੱਢ ਕੇ ਫਿਰ ਮੋਟਾ ਰਾੜ ਪਾਵਾਂਗੇ, ਫਿਰ ਹੱਡੀ ਕੋਈ ਤੁਹਾਡਾ ਜਿਸਮ ਜੁੜੇਗੀ। ਅੱਛਾ। ਦੁਬਾਰਾ ਆਪਰੇਸ਼ਨ ਯਾਨੀ ਕਿ ਹੋਵੇਗਾ। ਅੱਛਾ। ਕਾਫੀ ਡਾਕਟਰਾਂ ਕੋਲ ਗਏ ਆ ਤੇ ਉਹਨਾਂ ਕਿਹਾ ਜੀ ਦੁਬਾਰਾ ਆਪਰੇਸ਼ਨ ਹੋਣਾ। ਅੱਛਾ। ਹਾਂਜੀ ਫਿਰ ਕਹਿੰਦੇ ਅੱਲਾਹ ਤਾਲਾ ਬਿਹਤਰ ਕਰੇਗਾ। ਗਾਰੰਟੀ ਫੇਰ ਵੀ ਨਹੀਂ, ਲੇਕਿਨ ਕਹਿੰਦੇ ਇੱਕ ਬਿਹਤਰ। ਤੁਸੀਂ ਚੱਲੇ ਫਿਰੇ ਆ ਜਾਂ 2 ਸਾਲ ਤੋਂ ਮੰਜੀ ਦੇ ਹਵਾਲੇ? ਮੈਂ ਚੱਲਿਆ ਫਿਰਿਆ ਵਾਂ। ਜਾਂ ਸਾਨੂੰ ਦੇਖ ਕੇ ਤਾਂ ਨਹੀਂ ਪੈ ਗਿਆ ਮੰਜੀ ਨਹੀਂ ਤੇ? ਨਹੀਂ ਮੈਂ ਚੱਲਿਆ ਫਿਰਿਆ, ਝੂਠ ਵਾਲੀ ਕੋਈ ਗੱਲ ਨਹੀਂ। ਲੇਕਿਨ ਮੇਰੇ ਦੇ ਵਿੱਚ ਜਿਹੜੀ ਨਾ ਵਜ਼ਨ ਪਾਉਣ ਦੀ ਗੁੰਜਾਇਸ਼ ਨਹੀਂ ਹੈਗੀ। ਬਹੁਤ ਮੈਂ ਥੱਕ ਚੱਲਿਆ ਫਿਰ ਇਦਾਂ ਹੀ ਕਿ ਡਾਕਟਰਾਂ ਕੋਲ ਧੱਕੇ ਖਾਦੇ, ਕਦੀ ਕਿਸੇ ਕੋਲ ਚਲਾ ਗਿਆ, ਕਦੀ ਝੰਗ ਚਲਾ ਗਿਆ ਵੀ, ਯਾਨੀ ਕਿ ਹੋ ਜੇ
ਲੇਕਿਨ ਉਹਨਾਂ ਨੇ ਪੈਸੇ ਹੀ ਇੰਨੇ ਮੰਗੇ ਆ, ਮਤਲਬ ਜ਼ਾਹਰ ਆ ਉਨੀ ਮੇਰੀ ਗੁੰਜਾਇਸ਼ ਨਹੀਂ ਹੈ ਸੀਗੀ, ਮੈਂ ਤੇ ਕਿਰਾਇਆ ਵਗੈਰਾ ਵੀ ਅਫੋਰਡ ਨਹੀਂ ਕਰ ਸਕਦਾ, ਜੋ ਹਾਲਾਤ ਹੋ ਗਏ ਮੇਰੇ 2 ਸਾਲ 'ਚ। ਹੁਣ ਅਸੀਂ ਕੀ ਮਦਦ ਕਰ ਸਕਦੇ ਹਾਂ? ਮਤਲਬ ਕਿ ਸਾਨੂੰ ਤੁਸੀਂ ਕਿਹਾ, ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਤੁਹਾਨੂੰ ਪੁੱਛਣੀ, ਤੁਹਾਡਾ ਨਿਜ਼ਾਮ ਕਿੱਦਾਂ ਘਰ ਦਾ ਚੱਲਦਾ 2 ਸਾਲਾਂ ਤੋਂ? ਕੀ ਕਰਦੇ ਰਹੇ ਪਹਿਲੇ ਤੁਸੀਂ? ਮੈਂ ਮਸਜਿਦ 'ਚ ਪੜ੍ਹਾਉਂਦਾ ਰਿਹਾ, ਬੱਚੇ ਪੜ੍ਹਾਉਂਦਾ ਰਿਹਾ, ਇਮਾਮਤ ਕਰਵਾਉਂਦਾ ਰਿਹਾ ਮੈਂ। ਤੇ 2 ਸਾਲ ਤੋਂ ਨਿਜ਼ਾਮ ਇਦਾਂ ਜੀ, ਬਸ ਅੱਲਾਹ ਤਾਲਾ ਦੇ ਕੁਛ ਮੇਰਾ ਸਾਲਾ ਹੈਗਾ ਸੀ, ਕੁਛ ਭੈਣ ਭਾਈਆਂ ਨੇ ਸਿੱਧੀ ਗੱਲ ਥੋੜਾ ਪਹਿਲੇ ਦਿਨ ਤਾਮਨ ਕੀਤਾ, ਮੁੜ ਕੇ ਉਹ ਵੀ ਇੰਨੇ ਜੋਗੇ ਨਹੀਂ ਹੈ ਸੀ ਜਿਹੜਾ ਮੇਰਾ ਪ੍ਰੋਪਰ ਖਰਚਾ ਚੁੱਕ ਸਕਦੇ ਜਾਂ ਬੱਚਿਆਂ ਦਾ ਚੁੱਕ ਸਕਦੇ। ਮੇਰੀ ਵਾਈਫ ਨੇ ਜਿਹੜਾ ਨਾ ਉਹ ਪਿੱਛੋਂ ਮੇਰੇ ਸਾਲਿਆਂ ਕੋਲ ਲਿਆ ਕੇ ਕੋਈ ਰਾਸ਼ਨ ਦਾ ਨਿਜ਼ਾਮ ਵਗੈਰਾ ਚਲਾਇਆ, ਕੁਛ ਮੇਰੇ ਵਾਲਦ ਮਿਹਨਤ ਮਜ਼ਦੂਰੀ ਕਰਦੇ, ਰਿਕਸ਼ਾ ਚਲਾਉਂਦੇ ਆ, ਕੁਛ ਉਹ ਮੇਰੇ ਨਾਲ ਕਰਦੇ ਆ ਵੀ ਨਿਜ਼ਾਮ ਮੇਰਾ ਚੱਲ ਸਕੇ, ਬਿਹਤਰ ਹੋ ਸਕੇ। ਲੇਕਿਨ ਜਿੱਦਾਂ ਹੋਣਾ ਚਾਹੀਦਾ ਉੱਦਾਂ ਨਹੀਂ ਹੈ। ਮੈਂ ਜਦੋਂ ਤੁਹਾਨੂੰ ਪੁੱਛਿਆ ਕਿ ਘਰ ਦਾ ਨਿਜ਼ਾਮ ਕਿੱਦਾਂ ਚੱਲਦਾ, ਤੁਸੀਂ ਬੜਾ ਹੌਂਕਾ ਜਿਹਾ ਭਰਿਆ। ਮੌਕਾ ਭਰਨਾ ਹੀ ਪੈਂਦਾ ਜੀ, ਸਫੈਦਪੋਸ਼ ਬੰਦੇ ਵਾਸਤੇ ਇਹ ਚੀਜ਼ ਬੜੀ ਮੁਸ਼ਕਿਲ ਆ। ਮੈਨੂੰ ਪਤਾ ਜਾਂ ਮੇਰੇ ਅੱਲਾਹ ਤਾਲਾ ਨੂੰ ਪਤਾ ਕਿ ਮੈਂ ਆਪਣਾ ਨਿਜ਼ਾਮ ਕਿੱਦਾਂ ਚਲਾਇਆ ਔਰ ਕਿਹੜੀ ਕਿਹੜੀ ਮੁਸ਼ਕਿਲ ਆਈ, ਮੇਰੇ ਕਿਹੜੇ ਕਿਹੜੇ ਆਪਣੇ ਮੇਰੇ ਤੋਂ ਦੂਰ ਹੋਏ ਆ ਇਸ ਮੁਹਤਾਜੀ ਦੀ ਵਜ੍ਹਾ ਤੋਂ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਕੋਈ ਕਿਸੇ ਦਾ ਨਹੀਂ ਬਣਦਾ ਇਸ ਦੌਰ 'ਚ, ਚਾਹੇ ਕੋਈ ਢਿੱਡ ਦਾ ਜੰਮਿਆ ਜਾਂ ਕੋਈ ਬਗਾਨਾ। ਬਲਕਿ ਬਗਾਨਿਆਂ ਨੇ ਬਹੁਤ ਸਾਰੇ ਬੰਦਿਆਂ ਨੇ ਮੇਰੇ ਨਾਲ ਤਾਵਨ ਕੀਤਾ, ਜਿਹਦੀ ਵਜ੍ਹਾ ਤੋਂ ਮੇਰਾ ਘਰ ਚੱਲਿਆ। ਕੁਛ ਮੇਰੇ ਦੋਸਤ ਸੀ ਬਾਹਰ, ਕੁਛ ਉਹਨਾਂ ਨੇ ਤਾਵਨ ਵਗੈਰਾ ਕੀਤਾ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਦੂਸਰਾ। ਕੁਛ ਰਾਸ਼ਨ ਵਾਸਤੇ ਉਹਨਾਂ ਨੇ ਸਮਾਨ ਭੇਜਿਆ, ਮਤਲਬ ਪੈਸੇ ਭੇਜੇ ਸਮਾਨ ਦੇ ਖਰਚੇ ਦੇ, ਅਖਰਾਜਾਤ ਦੇ। ਉਹ ਥੋੜ੍ਹਾ ਬਹੁਤਾ ਨਿਜ਼ਾਮ ਜਿਹੜਾ ਚੱਲਦਾ ਰਿਹਾ। ਹੁਣ ਵੀ ਦੂਸਰਾ ਸਾਲ ਇਸ ਵਜ੍ਹਾ ਤੋਂ ਗੁਜ਼ਰ ਗਿਆ ਕਿ ਕੋਈ ਨਿਜ਼ਾਮ ਨਹੀਂ ਹੈ ਸੀ ਆਪਰੇਸ਼ਨ ਕਰਾਉਣ ਦਾ, ਅਤੇ ਸਰਕਾਰੀ 'ਚ ਸੁਣਦੇ ਕੋਈ ਨਹੀਂ, ਸਿੱਧੀ ਗੱਲ ਆ। ਉੱਥੇ ਮੇਰਾ 2 ਆਪਰੇਸ਼ਨ ਹੋ ਗਏ, ਇੱਕ ਪ੍ਰਾਈਵੇਟ ਹੀ ਹੋਇਆ ਸੀ, ਇੱਕ ਸਰਕਾਰੀ ਹੋ ਗਿਆ। ਉਹ ਜਿਹੜਾ ਨਾ ਦੂਸਰੀ ਦਫਾ ਮੈਂ ਧੱਕੇ ਖਾ ਕੇ ਕਾਫੀ ਜਗ੍ਹਾ ਦੇਖਿਆ, ਮੈਂ ਖੁਦ ਇਹਨਾਂ ਚੱਲਣ ਜੋਗਾ ਨਹੀਂ ਅਤੇ ਮੈਨੂੰ ਕੋਈ ਖੜਨ ਵਾਲਾ ਹੈ ਨਹੀਂ, ਸਿੱਧੀ ਗੱਲ। ਜਿਹੜਾ ਮੈਨੂੰ ਦੂਰ ਤੱਕ ਮਤਲਬ ਮੇਰਾ ਚੈੱਕਅਪ ਕਰਵਾ ਸਕੇ, ਐਡਾ ਕੋ ਮੇਰੇ ਨਾਲ ਚੱਲ ਸਕੇ, ਕੋਈ ਐਡਾ ਖਾਸ ਨਹੀਂ ਹੈ ਜਿਹਨੂੰ ਮੈਂ ਮਾਰਨਾ ਕਹਾਂ ਚੱਲ ਹਸਪਤਾਲ ਚੱਲੀਏ। ਕਿਉਂ ਨਹੀਂ ਮਾਰਨਾ? ਕਹਿਣਾ ਅਸੀਂ ਤੇਰੇ ਕੋਲ ਆਏ ਨਹੀਂ ਬੈਠੇ ਆ? ਕਿੰਨੀ ਦੇਰ ਪਹਿਲੇ ਵੀਰੇ ਗਏ ਆ, ਅਸੀਂ ਉਹਨਾਂ ਨੂੰ ਇਹ ਥੋੜੀ ਕਿਹਾ ਵੀ ਚੱਲ ਜਾਓ ਅਸੀਂ ਆਉਂਦੇ ਹਾਂ। ਅਸੀਂ ਕਿਹਾ ਬੈਠੋ ਆਪਾਂ ਇਕੱਠੇ ਚੱਲਦੇ ਹਾਂ, ਇਕੱਠੇ ਜਾਈਏ। ਅੱਲਾਹ ਤਾਲਾ ਤੁਹਾਨੂੰ ਅਜਰ ਦੇਵੇ, ਮਿਹਰਬਾਨੀ। ਕਾਫੀ ਬਿਹਤਰ ਸੁਣਿਆ ਤੁਹਾਡੇ ਬਾਰੇ। ਐਂਬੂਲੈਂਸ ਤੁਹਾਡੀ ਜ਼ਾਤੀ ਆ ਆਉਣ ਜਾਣ ਲਈ, ਠੀਕ ਆ? ਉਹ ਵੀ ਤੇ ਬਾਕੀ ਜਿਹੜਾ ਵੀ ਪ੍ਰੋਸੀਜਰ ਹੋਊਗਾ ਤੁਹਾਡਾ, ਜਿੰਨਾ ਵੀ ਤੁਹਾਡਾ ਖਰਚਾ ਹੋਊਗਾ ਆਪਰੇਸ਼ਨ ਦਾ, ਜੀ ਉਹ ਅਸੀਂ ਅਫੋਰਡ ਕਰਦੇ ਹਾਂ। ਚਲੋ ਜੀ, ਅੱਲਾਹ ਤਾਲਾ ਤੁਹਾਡੇ ਠੀਕ ਆ, ਮਿਹਰਬਾਨੀ ਤੁਹਾਡੀ। ਤੇ ਬਾਕੀ ਜਿਹੜਾ ਤੁਹਾਡੇ ਘਰ ਦਾ ਨਿਜ਼ਾਮ ਆ ਸਟਕ ਹੋਇਆ, ਉਹਦੇ ਲਈ ਜੋ ਅੱਲਾ ਦੀ ਤਰਫੋਂ ਹੈ ਉਹ ਦੇ ਕੇ ਜਾਂਦੇ ਆ ਤੁਹਾਨੂੰ। ਠੀਕ ਕਰਨ ਤੋਂ ਬਾਅਦ ਮੈਂ ਸੁਣਿਆ ਤੁਹਾਡੀ ਪਹਿਲੇ ਦੁਕਾਨ ਵੀ ਸੀਗੀ। ਜੀ ਮੇਰੀ ਦੁਕਾਨ ਸੀਗੀ, ਮਾਸ਼ਾਅੱਲਾ। ਮੈਂ 4-5 ਲੱਖ ਰੁਪਇਆ ਜੋੜ ਕੇ ਨਾ ਬੱਚੇ ਪੜ੍ਹਾ ਕੇ ਮੈਂ ਦੁਕਾਨ ਬਣਾਈ। ਹੁਣ ਮਾਸ਼ਾਅੱਲਾ ਦੁਕਾਨ ਕਿੱਥੇ ਗਈ? ਦੁਕਾਨ ਖਤਮ ਹੋ ਗਈ। ਥੋੜਾ ਜਿਹਾ ਸਮਾਨ ਹੈਗਾ, ਮੇਰੀ ਵਾਲਦਾ ਬਹਿ ਜਾਂਦੇ ਉਹ ਚੋਂ ਨਿਜ਼ਾਮ ਬਿਹਤਰ ਹੋ ਜੇ ਵੀ ਚੱਲ ਮੇਰੇ ਪੁੱਤ ਦਾ ਕੋਈ ਖਰਚਾ ਪਾਣੀ ਨਿਕਲ ਆਵੇ। ਲੇਕਿਨ ਉਹ ਬੱਚੇ ਜਦੋਂ ਸਕੂਲ ਲੱਗ ਗਏ ਨਾ, ਬੱਚੇ ਜਦੋਂ ਆਉਂਦੇ ਜਾਂਦੇ ਆ ਉਦੋਂ ਫਿਰ ਦੁਕਾਨ ਚੱਲ ਜਾਂਦੀ ਵਾਹਵਾ। ਉਹ ਬੱਚਿਆਂ ਦਾ ਛੋਟੇ ਬੱਚਿਆਂ ਦਾ ਸਮਾਨ ਰੱਖਿਆ ਦੁਕਾਨ ਦੇ ਵਿੱਚ। ਬਾਕੀ ਜਿਹੜੇ ਰੈਂਕ ਵਗੈਰਾ ਸੀਗੇ ਉਹ ਸਾਰੇ ਵੇਚ ਕੇ ਮੈਂ ਆਪਣੇ ਇਲਾਜ ਤੇ ਲਾ ਲਏ। ਉਹ ਸਾਰਾ ਮੇਰਾ ਇਲਾਜ ਤੇ ਲੱਗ ਗਿਆ। ਦੁਕਾਨ ਫਿਰ ਖਤਮ ਹੋ ਗਈ ਆਸਤਾ ਆਸਤਾ। ਜ਼ਾਹਰ ਹੈ ਹਾਂ, ਅੱਲਾ ਪਾਕ ਦੀ ਤਰਫੋਂ, ਠੀਕ ਆ। ਇਹ ਤੁਸੀਂ ਆਪਣਾ ਕੋਈ ਰਾਸ਼ਨ ਜੋ ਵੀ ਚੀਜ਼ ਤੁਸੀਂ ਕਰਨੀ ਆ ਆਪਣੇ ਖਾਣ ਨੂੰ, ਇਹ ਤੁਸੀਂ ਕਰ ਲਓ, ਠੀਕ ਆ। ਗਿਣ ਲਓ ਕਿੰਨੇ ਪੈਸੇ, ਤੇ ਬਾਕੀ ਇਸ ਤੋਂ ਬਾਅਦ ਅਸੀਂ ਤੁਹਾਨੂੰ ਜਲਦੀ ਟੋਬੇ ਲੈ ਕੇ ਜਾਂਦੇ ਹਾਂ, ਠੀਕ ਆ। 30,000 30,000 ਅੱਲਾ ਪਾਕ ਦੀ ਤਰਫੋਂ ਤੁਹਾਨੂੰ ਜਲਦੀ ਅਸੀਂ ਟੋਬੇ ਹਾਫਿਜ਼ ਜੀ ਲੈ ਕੇ ਜਾਂਦੇ ਹਾਂ। ਠੀਕ। ਇੱਥੋਂ ਨਾ ਸੂਟੇਬਲ ਹੋਇਆ ਅਸੀਂ ਤੁਹਾਨੂੰ ਲਾਹੌਰ ਵੀ ਲੈ ਕੇ ਜਾਵਾਂਗੇ, ਜਿੱਥੇ ਤੁਹਾਡਾ ਇਲਾਜ ਪੋਸੀਬਲ ਹੋਊਗਾ ਅਸੀਂ ਤੁਹਾਡਾ ਇਲਾਜ ਕਰਾਉਂਦੇ। ਇਹ ਮੇਰੀ ਤੁਹਾਡੇ ਰਿਕੁਐਸਟ ਹੈ ਮੇਰੀ ਕਿ ਮੈਂ 2 ਮੇਰੇ ਬੱਚੇ, ਮੈਂ ਚਾਹੁੰਦਾ ਕਿ ਮੈਂ ਉਹਨਾਂ ਨੂੰ ਖੁਦ ਕਮਾ ਕੇ ਜਿੱਦਾਂ ਪਹਿਲੇ ਕਮਾਉਣਾ ਸੀ, ਇਨਸ਼ਾਅੱਲਾ ਮੈਨੂੰ ਕਿਸੇ ਅੱਗੇ ਹੱਥ ਨਾ ਜਿਹੜਾ ਫੈਲਾਣਾ ਪਵੇ, ਇਨਸ਼ਾਅੱਲਾ, ਤੇ ਮੇਰਾ ਇਲਾਜ ਹੋ ਜਾਵੇ ਤੇ ਮੈਂ ਇਨਸ਼ਾਅੱਲਾ ਤਾਲਾ ਪਹਿਲੇ ਤਰ੍ਹਾਂ ਆਪਣੀ ਚੱਲ ਆ ਕੇ ਹੋਰ ਲੈ ਲਓ, ਹਾਂ ਘੱਟ, ਠੀਕ ਆ ਹਾਫਿਜ਼ ਜੀ। ਅੱਲਾਹ ਤਾਲਾ ਤੁਹਾਨੂੰ ਬਹੁਤ ਅਜਰ ਦੇਵੇ ਜੀ। ਹਾਂ, ਰੋਣਾ ਨਹੀਂ ਹੈਗਾ, ਇਹਨਾਂ ਅੱਖਾਂ 'ਚ ਆਂਸੂ ਨਾ ਹੋਣ। ਔਰ ਮੈਂ ਇੱਕ ਹੋਰ ਚੀਜ਼ ਵੀਰਾਂ ਨੂੰ ਦੱਸਦਾ ਚੱਲਾਂ, ਮਰਦ ਕਦੀ ਨਹੀਂ ਰੋਂਦਾ ਹੁੰਦਾ। ਜਦੋਂ ਉਹ ਅੰਦਰੋਂ ਫਟਣ ਵਾਲਾ ਹੋ ਜਾਂਦਾ ਨਾ, ਉਹ ਉਬਲ ਜਾਂਦਾ, ਜਦੋਂ ਖ਼ਤਮ ਹੋ ਜਾਂਦਾ ਅੰਦਰੋਂ, ਉਦੋਂ ਉਹਦੀਆਂ ਅੱਖਾਂ ਦੇ ਵਿੱਚ ਆਂਸੂ ਹੁੰਦੇ ਆ। ਔਰ ਜਿਹੜੇ ਵੀਰੇ ਸਾਨੂੰ ਬਾਅਦ ਦੇ ਵਿੱਚ ਉਹਨਾਂ ਨੂੰ ਤਕਲੀਫ ਹੁੰਦੀ ਹੈ ਨਾ ਵੀ ਯਾਰ ਇਹ ਸਾਡੇ ਪਿੰਡ ਆਇਆ ਸੀ ਜਾਂ ਸਾਡੀ ਇਹ ਬਰਾਦਰੀ ਦਾ ਨਾਂ ਲੈ ਕੇ ਗਿਆ, ਮੈਂ ਉਹਨਾਂ ਨੂੰ ਬਗੈਰ ਨਾਂ ਲਿਓ ਇਹ ਕਹੂੰਗਾ ਕਿ ਇਸ ਬੰਦੇ ਦੇ ਅੱਧੇ ਤੋਂ ਜ਼ਿਆਦਾ ਇਸ ਬੰਦੇ ਦਾ ਰਿਸ਼ਤੇਦਾਰ ਹੈ ਇਸ ਪਿੰਡ ਦੇ ਵਿੱਚ,
ਅੱਧੇ ਤੋਂ ਜ਼ਿਆਦਾ ਪਿੰਡ ਰਿਸ਼ਤੇਦਾਰਾਂ ਦਾ ਇਹਦਾ, ਇਹਨੇ ਨਹੀਂ ਕਿਹਾ ਮੈਨੂੰ, ਲੇਕਿਨ ਮੈਨੂੰ ਪਤਾ ਵੀ ਅੱਧੇ ਤੋਂ ਜ਼ਿਆਦਾ ਪਿੰਡ ਰਿਸ਼ਤੇਦਾਰ ਆ ਇੱਥੇ। ਜੀ ਅੱਧੇ ਤੇ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਇਹਦੇ ਨਾਲ ਖੜਦੇ ਔਖੇ ਟਾਈਮ ਤੇ। ਆਪਾਂ ਰਲ ਕੇ 100-200 ਘਰ ਇੱਕ ਘਰ ਨੂੰ ਚਲਾ ਸਕਦੇ ਹਾਂ। ਕੋਈ ਐਡਾ ਮੁਸ਼ਕਲ ਨਹੀਂ ਹੈ, ਕੋਈ ਮੰਤਰ ਜੰਤਰ ਨਹੀਂ ਹੈਗਾ ਵੀ ਜਿਹੜਾ ਇਹ ਵਿਚਾਰਾ ਇਸ ਹਾਲਾਤ ਦੇ ਵਿੱਚ ਪਿਆ ਹੋਇਆ। ਤੇ ਜੇ 2 ਸਾਲ ਲੰਘ ਗਏ ਨਾ, ਨਹੀਂ ਇਹਨੂੰ ਪੁੱਛਿਆ, ਤੇ ਕੱਲ ਨੂੰ ਹੁਣ ਇਹ ਨਾ ਕੋਈ ਆ ਕੇ ਕਵੇ ਵੀ ਯਾਰ ਅਸੀਂ ਬਹੁਤ ਕਰਦੇ ਰਹੇ ਹਾਂ ਤੇ ਅਸੀਂ ਇਹਦੇ ਨਾਲ ਖੜੇ ਸੀ। ਇਹ ਲੱਤ ਸੁੱਕਣਾ ਸ਼ੁਰੂ ਹੋ ਗਈ ਆ, ਇਸ ਲੱਤ 'ਚ ਤੇ ਇਸ ਲੱਤ 'ਚ ਤੁਸੀਂ ਵਾਧਾ ਫਰਕ ਦੇ ਮੈਂ ਕਿਹਾ ਇਨਸ਼ਾਅੱਲਾ ਆਪਾਂ ਚੱਲਦੇ ਹਾਂ, ਆਪਾਂ ਹਸਪਤਾਲ ਚੱਲਦੇ ਹਾਂ, ਤੁਹਾਡਾ ਪ੍ਰੋਸੀਜਰ ਕਰਾਉਣੇ, ਠੀਕ ਆ। ਠੀਕ ਅਸੀਂ ਕੱਲ ਨੂੰ ਤੁਹਾਡਾ ਚੈੱਕਅਪ ਕਰਾਉਨੇ ਆ, ਠੀਕ ਜੋ ਵੀ ਤੁਹਾਡਾ ਪ੍ਰੋਸੀਜਰ ਹੁੰਦਾ ਅਸੀਂ ਇਨਸ਼ਾਅੱਲਾ ਤਾਲਾ ਕਰਾਉਣੇ, ਠੀਕ ਆ। ਠੀਕ ਹੋ ਤੁਸੀਂ ਮਾਯੂਸ ਨਹੀਂ ਹੋਣਾ, ਠੀਕ ਹੋ ਤੁਹਾਡੇ ਸੀਨੇ ਦੇ ਵਿੱਚ ਰੱਬ ਦਾ ਕੁਰਾਨ ਆ, ਠੀਕ ਆ। ਔਰ ਤੁਸੀਂ ਸਾਡੀ ਨਿਸਬਤ ਜ਼ਿਆਦਾ ਈਮਾਨ ਵਾਲੇ ਆ, ਸਾਡੀ ਨਿਸਬਤ ਜ਼ਿਆਦਾ ਦੀਨ ਨੂੰ ਸਮਝਦੇ ਆ। ਇਮਾਮ ਮਸਜਿਦ ਵੀ ਨੇ, ਅਸੀਂ ਇਹਨਾਂ ਦੇ ਪਿੱਛੇ ਨਮਾਜ਼ ਖੜੇ ਹੋ ਕੇ ਪੜ੍ਹਦੇ ਆ। ਅਗਰ ਇਹਨਾਂ ਦੇ ਅੱਜ ਮੁਸ਼ਕਲ ਵਕਤ ਆ ਤੇ ਅਸੀਂ ਜਿਹੜਾ ਸਾਡਾ ਇਮਾਮ ਆ, ਜਿਹੜਾ ਸਾਡੀ ਇਮਾਮਤ ਕਰਦਾ, ਫਿਰ ਅਸੀਂ ਵੀ ਉਹਦੇ ਨਾਲ ਖੜੇ ਹੋਣਾ। ਤੇ ਇਹ ਸਾਡੇ ਈਮਾਨ ਦਾ ਵੀ ਹਿੱਸਾ ਜੀ, ਇਨਸਾਨੀਅਤ ਦੇ ਨਾਤੇ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ, ਠੀਕ ਹੈ ਜੀ। ਜੀ ਹਾਂਜੀ, ਪਰੇਸ਼ਾਨ ਨਹੀਂ ਹੋਣਾ, ਤੁਹਾਡੀਆਂ ਅੱਖਾਂ 'ਚ ਨਹੀਂ ਹੰਸ ਆਉਣਾ ਚਾਹੀਦਾ, ਠੀਕ ਆ। ਸ਼ੁਕਰੀਆ। ਹਾਂ, ਤੇ ਅੰਕਲ ਜੀ ਤੁਸੀਂ ਕੋਈ ਸਵਾਲ ਕਹਿ ਰਹੇ ਸੀ, ਕੋਈ ਜ਼ਮੀਨ ਦੇ ਹਵਾਲੇ ਨਾਲ ਕੀ ਕਹਿ ਰਹੇ ਸੀ ਗੱਲਬਾਤ? ਉਹ ਤਾਂ ਨਹੀਂ ਹੈ, ਜ਼ਮੀਨਾਂ ਦੀ ਨਹੀਂ ਹੈ, ਮੈਂ ਪੁੱਛਿਆ ਪਹਿਲੇ ਇਹਨੂੰ ਪਹਿਲੇ ਪੁੱਛ ਲਿਆ ਜਿਵੇਂ ਉਹ ਅਸੀਂ ਇਨਸ਼ਾਅੱਲਾ ਤੁਹਾਡਾ ਇਲਾਜ ਕਰਾਣੇ। ਜੀ ਠੀਕ ਆ। ਜੀ ਇਨਸ਼ਾਅੱਲਾ।